So let me start again. Application of cathode ray oscilloscope ਜਿਹੜੀ ਹੈ ਸੋ ਇਲੈਕਟ੍ਰਿਕ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਹਦੇ ਵਿੱਚ ਇਲੈਕਟ੍ਰੀਕਲ ਮੈਜ਼ਰਮੈਂਟਸ ਕਰ ਸਕਦੇ ਹਾਂ ਅਗਰ ਆਪਣੇ ਕੋਲ V IR ਹੁੰਦਾ ਹੈ ਅਗਰ ਆਪਾਂ ਕਿਸੇ ਵੋਲਟੇਜ ਸਿਗਨਲ ਦੇ ਕੋਰਸਪੋਂਡਿੰਗ ਅਗਰ ਆਪਣੇ ਕੋਲ ਰੈਜ਼ਿਸਟੈਂਸ ਦੀ ਵੈਲਿਊ ਪਤਾ ਹੈ ਤਾਂ ਉਹਦੀ ਕੋਰਸਪੋਂਡਿੰਗ ਆਪਾਂ ਕਰੰਟ ਪਾਸ ਕਰਕੇ ਇਲੈਕਟ੍ਰੀਕਲ ਮੈਜ਼ਰਮੈਂਟਸ CRO ਦੇ ਨਾਲ ਕਰ ਸਕਦੇ ਹਾਂ ਬਿਕੋਜ਼ ਵੀ ਕੈਨ ਨੋ ਦੀ ਸਿਗਨਲ ਸਟਰੈਂਥ ਆਪਣੇ ਕੋਲ ਸਿਗਨਲ ਦਾ ਵੋਲਟੇਜ ਪਤਾ ਲੱਗ ਸਕਦਾ ਹੈ ਉਹਦੀ ਕੋਰਸਪੋਂਡਿੰਗ ਆਪਣੇ ਕੋਲ ਰੈਜ਼ਿਸਟੈਂਸ ਪਤਾ ਹੈ ਬਿਕੋਜ਼ ਅਗਰ CRO ਦੇ ਉੱਪਰ ਅਗਰ ਆਪਣਾ ਸਿਗਨਲ ਡਿਸਪਲੇ ਹੋ ਰਿਹਾ ਤਾਂ ਆਪਣੇ ਕੋਲ ਉਹਦੇ ਬੇਸ AC ਵੋਲਟੇਜ ਪਤਾ ਲੱਗ ਜਾਏਗੀ ਕਿੰਨੇ ਵੋਲਟ ਦਾ ਸਿਗਨਲ ਆ ਰਿਹਾ ਹੈ ਅਗਰ ਰੈਜ਼ਿਸਟੈਂਸ ਆਪਾਂ ਨੂੰ ਪਤਾ ਹੈ V IR ਦੇ ਕੋਰਸਪੋਂਡਿੰਗ ਆਪਣੇ ਕੋਲ ਸਿਗਨਲ ਜਿਹੜਾ ਹੈ ਰਿਜ਼ਲਟ ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਕੀ ਆਏਗਾ ਆਈ ਹੋਪ ਤੁਹਾਨੂੰ ਆਡੀਓ ਵੀਡੀਓ ਕਲੀਅਰ ਹੈ ਬੇਟਾ ਅਗਰ ਕੋਈ ਪ੍ਰੋਬਲਮ ਆਉਂਦੀ ਤਾਂ ਮੈਨੂੰ ਸਾਈਮਲਟੇਨੀਅਸਲੀ ਸ਼ੇਅਰ ਕਰ ਦਿਓ ਸੋ ਵਿਜ਼ੂਅਲ ਡਿਸਪਲੇ ਐਂਡ ਕੁਆਲਿਟੇਟਿਵ ਸਟੱਡੀ ਆਫ ਵੇਵਫਾਰਮਸ One interesting application of CRO is to represent the wave shape of the signal on the screen. So main application ਜਿਹੜੀ CRO ਦੀ cathode ray oscilloscope ਦੀ ਹੈ ਕਿ ਆਪਾਂ ਸਿਗਨਲ ਨੂੰ as such on the screen ਦੇਖ ਸਕਦੇ ਹਾਂ ਸੋ ਪਹਿਲੀ ਗੱਲ ਕਿ ਆਪਣੇ ਕੋਲ ਅਗਰ ਬਾਈ ਚਾਂਸ ਆਪਣੇ ਚੈੱਕ ਕਰਨਾ ਚਾਹੀਏ ਕਿ ਆਪਣੇ ਘਰ ਦੇ ਵਿੱਚ 220 ਵੋਲਟ ਜਾਂ 50 ਹਰਟਜ਼ ਦਾ ਸਿਗਨਲ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਵੋਲਟੇਜ ਘੱਟ ਹੈ ਜਾਂ ਫ੍ਰੀਕੁਐਂਸੀ ਘੱਟ ਹੈ ਆਪਾਂ ਚੈੱਕ ਕਰ ਸਕਦੇ ਹਾਂ ਆਪਾਂ CRO ਦੇ ਉੱਪਰ ਜਿਹੜੀਆਂ ਵਾਇਰਸ ਹੈ ਉਹ ਡਾਇਰੈਕਟਲੀ ਕਨੈਕਟ ਕਰਾਂਗੇ Y ਮੋਡ ਦੇ ਉੱਪਰ ਤਾਂ ਆਪਾਂ ਨੂੰ ਕੀ ਪਤਾ ਲੱਗੇਗਾ ਆਪਣੇ ਕੋਲ ਇੱਕ ਸਿਗਨਲ ਸਿਨੋਸਾਈਡਲ ਸਿਗਨਲ ਆਪਣੇ ਕੋਲ ਰਿਜ਼ਲਟ ਆਏਗਾ ਉਹ ਤੋਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਆਪਣੇ ਕੋਲ ਕਿੰਨੀ ਫ੍ਰੀਕੁਐਂਸੀ ਦਾ ਸਿਗਨਲ ਆ ਰਿਹਾ ਹੈ ਐਂਡ ਕਿੰਨੇ ਵੋਲਟੇਜ ਦਾ ਸਿਗਨਲ ਆਪਣੇ ਕੋਲ ਪਹੁੰਚ ਰਿਹਾ ਹੈ ਸੋ ਇਹ ਇਹਦੀ ਮੇਨ ਐਪਲੀਕੇਸ਼ਨ ਹੈ ਸੋ ਆਪਾਂ ਸਿਗਨਲ ਨੂੰ ਫਿਜ਼ੀਕਲੀ ਔਨ ਦ ਸਕਰੀਨ ਦੇਖ ਸਕਦੇ ਹਾਂ ਸੋ ਮੈਜ਼ਰਮੈਂਟ ਆਫ ਫ੍ਰੀਕੁਐਂਸੀ ਸੋ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਬੇਟਾ ਅਗਰ ਆਪਣੇ ਕੋਲ ਸਿਗਨਲ ਆ ਰਿਹਾ 220 ਵੋਲਟ ਦਾ ਹੈ ਐਂਡ 50 ਹਰਟਜ਼ ਦਾ ਸਿਗਨਲ ਹੈ ਤਾਂ ਆਪਾਂ ਨੂੰ ਚੈੱਕ ਕਰ ਸਕਦੇ ਹਾਂ ਕਿ ਐਗਜ਼ੈਕਟਲੀ 50 ਹਰਟਜ਼ ਹੈ ਜਾਂ ਨਹੀਂ ਹੈ ਸੋ ਫ੍ਰੀਕੁਐਂਸੀ ਵਿਦ ਵਿਚ ਇਜ਼ ਟੂ ਬੀ ਮੈਜ਼ਰਡ ਇਜ਼ ਅਪਲਾਈਡ ਔਨ ਦੀ ਵਰਟੀਕਲ ਪਲੇਟਸ ਹਮੇਸ਼ਾ ਹੀ ਅਗਰ ਆਪਾਂ ਸਿੰਗਲ ਮੈਜ਼ਰਮੈਂਟ ਕਰਨੀ ਹੈ ਤਾਂ ਆਪਾਂ ਜਿਹੜਾ ਸਿਗਨਲ ਹੈ ਉਹ ਹਮੇਸ਼ਾ ਹੀ Y ਪਲੇਟਸ ਦੇ ਉੱਪਰ ਲਗਾਵਾਂਗੇ ਹੌਰੀਜ਼ੌਂਟਲ ਪਲੇਟ ਦੇ ਉੱਪਰ ਆਪਾਂ ਹਮੇਸ਼ਾ ਹੀ ਆਪਾਂ ਸਪੀਡ ਜਨਰੇਟਰ ਲਗਾਇਆ ਜਾਂਦਾ ਜਿਹੜਾ ਕਿ ਟਾਈਮ ਵੇਅਰਿੰਗ ਹੋਏਗਾ ਠੀਕ ਹੈ ਆਪਣੇ ਕੋਲ ਜਿਹੜਾ ਟਾਈਮ ਹੈ ਉਹ ਹੌਰੀਜ਼ੌਂਟਲ ਐਕਸਿਸ ਦੇ ਉੱਪਰ ਆਏਗਾ ਆਪਣੇ ਕੋਲ ਜਿਹੜਾ ਸਿਗਨਲ ਹੈ that will be on the Y axis ਇਸ ਕਰਕੇ ਆਪਣੇ ਕੋਲ XY ਦੇ ਮੋਡ ਦੇ ਕੋਰਸਪੋਂਡਿੰਗ ਆਪਣੇ ਕੋਲ ਸਿਨੂਸਾਇਡਲ ਜਾਂ ਕੋਸਾਈਨ ਵੇਵ ਫਾਰਮ ਆਪਣੇ ਕੋਲ ਜਨਰੇਟ ਹੋਏਗੀ ਡਿਪੈਂਡਿੰਗ ਔਨ ਦੀ ਇਨਪੁਟ ਸਿਗਨਲ ਹੋ ਸਕਦਾ ਆਪਣੇ ਕੋਲ ਟ੍ਰਾਇੰਗੂਲਰ ਵੇਵ ਆ ਸਕਦੀ ਹੈ ਹੋ ਸਕਦਾ ਆਪਣੇ ਕੋਲ ਸਕੁਅਰ ਵੇਵ ਆ ਸਕਦੀ ਹੈ ਅਗਰ ਆਪਣੇ ਕੋਲ ਫੋਰੀਅਰ ਟ੍ਰਾਂਸਫਾਰਮ ਕਰੋਗੇ ਸਿਗਨਲ ਦੀ ਤਾਂ ਆਪਣੇ ਕੋਲ ਕੀ ਆਏਗਾ ਸਕੁਅਰ ਵੇਵ ਜਨਰੇਟ ਹੋ ਜਾਏਗੀ ਸੋ ਇਸ ਤਰ੍ਹਾਂ ਦੇ ਸਕੁਅਰ ਵੇਵ ਟ੍ਰਾਇੰਗੂਲਰ ਵੇਵ ਆਪਣੇ ਕੋਲ ਸਾਊਥ ਵੇਵ sinusoidal wave cosine wave or something like that ਆਪਣੇ ਕੋਲ ਇਸ ਤਰ੍ਹਾਂ ਦੀ ਕੁਝ ਨਾ ਕੁਝ ਸ਼ੇਪਸ ਆ ਜਾਣਗੀਆਂ So अपने को की होएगा simple terminology देती हुई है let the pattern update on the be as shown in the figure let frequency applied on the horizontal plate is 3000 hertz अपने को देती हुई है draw a horizontal and vertical lines we find that one loop is cut by a horizontal line and 3 loops are cut by the vertical line but number of loops cut by the horizontal line and vertical line 1 by 3 आ जाएगा सो ਜਿਹੜੀ ਅਨਨੋਨ ਫ੍ਰੀਕੁਐਂਸੀ ਹੋ ਜਾਏਗੀ 1000 ਹਰਟਜ਼ ਹੋ ਜਾਏਗੀ ਸੋ ਇਹ ਬੇਟਾ ਇਹ ਸਿਰਫ ਇੰਟਰਨਲ ਆਪਰੇਸ਼ਨ ਹੈ ਲੇਕਿਨ ਇਹ ਆਪਣੇ ਕੰਮ ਦਾ ਨਹੀਂ ਹੈ ਇਹ ਇੰਟਰਨਲ ਆਪਰੇਸ਼ਨ ਦਿਖਾਇਆ ਹੋਇਆ ਅਗਰ ਆਪਾਂ ਨੂੰ ਸਵੀਪ ਜਨਰੇਟਰ ਦੀ ਫ੍ਰੀਕੁਐਂਸੀ ਪਤਾ ਹੈ ਤਾਂ ਆਪਣੇ ਕੋਲ ਕੀ ਹੋਏਗਾ ਜਸਟ ਲਾਈਕ ਬੀਟ ਸਟੋਨ ਵਿੱਚ ਇੱਕ ਰੈਜ਼ਿਸਟੈਂਸ ਪਤਾ ਤਾਂ ਦੂਸਰੀ ਕੱਢ ਸਕਦੇ ਹੋ ਤੇ ਜਸਟ ਲਾਈਕ ਦੈਟ ਆਪਣੇ ਕੋਲ ਇੱਕ ਫ੍ਰੀਕੁਐਂਸੀ ਪਤਾ ਹੈ ਤਾਂ ਆਪਾਂ ਦੂਸਰੀ ਫ੍ਰੀਕੁਐਂਸੀ ਕੰਪੇਅਰ ਕਰਕੇ ਕੱਢ ਸਕਦੇ ਹਾਂ ਬਿਕੋਜ਼ ਇਹਨੇ ਇੱਕ ਤਰ੍ਹਾਂ ਦਾ ਲੂਪ ਬਣਾ ਕੇ ਤੁਹਾਨੂੰ ਦਿਖਾਇਆ ਹੋਇਆ ਆਪਣੇ ਕੋਲ ਸਵੀਪ ਜਨਰੇਟਰ ਦੇ ਕੋਰਸਪੋਂਡਿੰਗ ਦੂਸਰੀ ਫ੍ਰੀਕੁਐਂਸੀ ਆਪਾਂ ਕੱਢ ਸਕਦੇ ਹਾਂ So comparison of frequencies when two simple harmonic motions are acting on the particle along two mutually perpendicular lines, the resultant path traced by the particle is called a Lissajous figure. So Lissajous figure का concept आ गया. तो अपन अगर अपने को दो simple harmonic motions ने जिन्होंने अपन एक x axis के along चल रहा है, एक y axis के along चल रहा है, तो उसके corresponding अपने को जो result आएगा that can be depicted on the screen using Lissajous figures. Okay, Lissajous figure की होने गया. It can be a circle, it can be a ellipse, it can be a straight line, it can be a inverted line, चाहे पॉजिटिव स्लोप है या नेगेटिव स्लोप है उस तरह का कुछ कंसेप्ट अपने को आ जाएगा ठीक है जी तो इस तरह के ਤੁਹਾਡੇ ਕੋਲ ਰਿਜ਼ਲਟੈਂਟ ਆਉਣਗੇ एग्जैक्ट पैटर्न डिपेंड्स ऑन द फ्रीक्वेंसीज एम्पलीट्यूड एंड फेज रिलेशनशिप ऑफ द टू इनपुट्स क्लियर बेटा तो सब तो पहली गल अपने को कंपैरिजन ऑफ फ्रीक्वेंसी ਦਾ ਆਪਣੇ ਕੋਲ ਆਏਗਾ ਸੋ ਪਹਿਲੀ ਗੱਲ ਆਪਣੇ ਕੋਲ ਕੀ ਹੈ ਸਪੋਜ਼ ਕਰੋ ਆਪਣੇ ਕੋਲ ਦੋ ਤਰ੍ਹਾਂ ਦੇ ਸਿਗਨਲ ਅਵੇਲੇਬਲ ਹੈ one is called x is equal to a sin omega t I hope ਤੁਹਾਨੂੰ ਸਕਰੀਨ ਦੇ ਉੱਪਰ डाटा क्लियर होएगा ठीक है x is equal to a sin omega t है दूसरा की है बेटा y is equal to b sin of omega t plus phi है दो अपने को सिग्नल्स है both are sinusoidal but with the different phase relationship एक ਦੇ ਵਿੱਚ phi ਦੀ ਵੈਲਿਊ ਕਿੰਨੀ ਹੈ 0 ਇੱਕ ਦੇ ਵਿੱਚ phi ਦੀ ਵੈਲਿਊ finite ਹੈ ਇਸ ਕਰਕੇ ਦੋਨਾਂ ਵਿਚਕਾਰ phase difference phi ਦਾ ਹੋ ਜਾਏਗਾ बेटा
क्लियर। सो पाई फेज डिफरेंस पाई ਦੇ ਨਾਲ ਆਪਣੇ ਕੋਲ ਕੀ ਹੋਏਗਾ, ਦੋਨਾਂ ਵਿਚਕਾਰ ਥੋੜਾ ਜਿਹਾ ਫਰਕ ਆਏਗਾ। ਜੇ ਅਗਰ ਪਾਈ ਆਪਣਾ 90 ਡਿਗਰੀ ਹੋ ਗਿਆ ਜਾਂ 45 ਡਿਗਰੀ ਹੋ ਗਿਆ ਜਾਂ 0 ਹੋ ਗਿਆ, ਉਹਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਵੇਰੀ ਕਰਨਗੇ। ਸੋ ਆਪਣੇ ਸੈਕੰਡ ਇਕੁਏਸ਼ਨ ਨੂੰ ਲੈ ਕੇ y ਡਿਵਾਈਡਡ ਬਾਈ b ਕੀ ਹੋ ਜਾਏਗਾ ਬੇਟਾ, ਇਟ ਵਿਲ ਬੀ sin of omega t plus phi, because sin of a plus b ਕੀ ਹੋ ਜਾਏਗਾ, sin a cos b plus cos a sin b ਦੇ ਬਰਾਬਰ ਆ ਗਿਆ। ਸੋ x divided by a according to the first equation it will be sin of omega t ਦੇ ਬਰਾਬਰ ਹੋ ਜਾਏਗਾ। ਆਪਾਂ ਨੂੰ ਇੱਕ ਚੀਜ਼ ਪਤਾ ਹੈ ਬੇਟਾ, ਆਪਣੇ ਕੋਲ cos of omega t ਕੀ ਹੁੰਦਾ ਹੈ, it is square root of 1 minus sin square omega t, and sin square omega t ਦੇ ਬਰਾਬਰ ਕੀ ਹੈ, x by a, ਇਸ ਕਰਕੇ 1 minus x square by a square ਇੱਥੋਂ ਆ ਜਾਏਗਾ। ਸੋ ਇਹਦੇ ਵਿੱਚ ਆਪਾਂ ਵੈਲਿਊ ਪੁੱਟ ਕਰ ਦਾਂਗੇ ਬੇਟਾ, cos of omega t ਦੀ sin of omega t ਦੀ ਵੈਲਿਊ ਆਪਾਂ ਡਾਇਰੈਕਟਲੀ ਪੁੱਟ ਕਰ ਦਿੱਤੀ x by a, cos of omega t ਦੀ ਵੈਲਿਊ ਇੱਥੋਂ ਆਪਾਂ ਪੁੱਟ ਕਰ ਦਿੱਤੀ। ਸੋ ਅਲਟੀਮੇਟਲੀ ਜਿਹੜੀਆਂ ਦੋਨੋਂ ਇਕੁਏਸ਼ਨਸ ਹੈ ਸਾਈਮਲਟੇਨੀਅਸਲੀ 1.21 ਇਕੁਏਸ਼ਨ ਨੰਬਰ ਦੇ ਵਿੱਚ ਅਗਰ ਆਪਾਂ ਪੁੱਟ ਕਰਾਂਗੇ ਤਾਂ ਆਪਣੇ ਕੋਲ ਇਹ ਵਾਲੀ ਇਕੁਏਸ਼ਨ ਆਪਣੇ ਕੋਲ ਅਰਾਈਜ਼ ਹੋ ਜਾਏਗੀ। ਆਪਣੇ ਕੋਲ ਕੀ ਹੈ ਬੇਟਾ, ਸਕੁਅਰ ਰੂਟ ਹੈ, ਸਕੁਅਰ ਰੂਟ ਨੂੰ ਆਪਾਂ ਵਨ ਸਾਈਡ ਰੱਖਾਂਗੇ, ਬਾਕੀ ਸਾਰਾ ਦਾ ਸਾਰਾ ਪਾਰਟ ਆਪਾਂ ਲੈਫਟ ਹੈਂਡ ਸਾਈਡ ਦੇ ਉੱਪਰ ਲੈ ਗਏ। ਸੋ y by b minus x by a to cos of i ਆਪਣੇ ਕੋਲ ਰਿਲੇਸ਼ਨਸ਼ਿਪ ਆਏਗਾ। ਹੁਣ ਆਪਣੇ ਕੋਲ ਕੀ ਹੈ, ਸਕੁਅਰ ਰੂਟ ਆਪਾਂ ਹਟਾਉਣ ਦੀ ਕੋਸ਼ਿਸ਼ ਕਰਾਂਗੇ, ਬਿਕੋਜ਼ ਸਕੁਅਰ ਰੂਟ ਨਾਲ ਐਸ ਸਚ ਥਿੰਗਸ ਕੰਪਲੈਕਸ ਹੋ ਜਾਂਦੀ ਹੈ, ਇਸ ਕਰਕੇ ਆਪਾਂ ਲੈਫਟ ਹੈਂਡ ਸਾਈਡ ਦੇ ਉੱਪਰ ਸਕੁਅਰ ਐਂਡ ਰਾਈਟ ਹੈਂਡ ਸਾਈਡ ਦੇ ਉੱਪਰ ਵੀ ਸਕੁਅਰ ਆਏਗਾ। ਸਕੁਅਰ ਦੇ ਨਾਲ ਸਕੁਅਰ ਰੂਟ ਕੈਂਸਲ, sin ਸਕੁਅਰ phi ਆ ਗਿਆ, y by b minus x by a ਦਾ ਹੋਲ ਸਕੁਅਰ ਆ ਗਿਆ, and ਇਸੇ ਨਾਲ ਆਪਣੇ ਕੋਲ ਕੀ ਹੈ, y square by b square plus x square by a square cos square phi minus, because a minus b ਦਾ ਸਕੁਅਰ ਕੀ ਆਏਗਾ ਬੇਟਾ, a square minus a plus b square minus 2ab ਆ ਜਾਏਗਾ। ਸੋ ਅਲਟੀਮੇਟਲੀ ਇਹ ਦੋਨੋਂ ਮਿਕਸ ਹੋ ਜਾਣਗੀਆਂ, ਐਂਡ ਉਸਦੇ ਨਾਲ ਜਿਹੜਾ ਆਏਗਾ y square by b square, ਇਹਨੂੰ ਸੌਰਟ ਆਊਟ ਕਰਕੇ ਲਿਖ ਸਕਦੇ ਹੋ ਬੇਟਾ, because sin square phi plus cos square phi ਆਪਣੇ ਕੋਲ 1 ਹੋਣਾ ਚਾਹੀਦਾ ਹੈ, ਇਸ ਕਰਕੇ ਆਪਣੇ ਕੋਲ ਜਿਹੜਾ ਲੈਫਟ ਹੈਂਡ ਸਾਈਡ ਦੇ ਰਾਈਟ ਹੈਂਡ ਸਾਈਡ ਦੇ ਉੱਪਰ ਆਹ ਵਾਲਾ ਫੈਕਟਰ ਹੈ, ਸੈਕੰਡ ਫੈਕਟਰ ਹੈ, ਉਹਨੂੰ ਆਪਾਂ ਮੂਵ ਕਰਾਂਗੇ towards the left hand side. So y square by b square as such, x square by a square cos square phi plus x square by a square sin square phi. So x square by a square अपने को कॉमन हो गया, sin square theta plus cos square theta अपने को बराबर आ गया बेटा। जो तेरा अगला फैक्टर है -2xy divided by ab into cos phi, एक बच गया बेटा, sin square phi एक वाला बच गया। ਸੋ ਇਹ ਦੋ ਫੈਕਟਰ ਆਪਣੇ ਕੋਲ ਬਚ ਗਏ phi ਵਾਲੇ, ਬਾਕੀ ਸਾਰੇ ਰਿਜ਼ਲਟ ਐਸ ਸੱਚ ਆ ਗਏ। ਹੁਣ ਇਹਦੇ ਵਿੱਚ ਆਪਾਂ ਸਪੈਸ਼ਲ ਕੇਸ ਡਿਜ਼ਾਈਨ ਕਰ ਲਾਂਗੇ when phi is equal to 0, ਜਦੋਂ phi 0 ਹੋ ਗਿਆ ਬੇਟਾ, cos 0 is equal to 1 and sin 0 is equal to 0, तो ਇਹ ਵਾਲਾ ਐਕਸਪ੍ਰੈਸ਼ਨ ਆਪਣੇ ਕੋਲ ਆ ਜਾਏਗਾ ਜਦੋਂ ਆਪਾਂ phi is equal to 0 ਪੁੱਟ ਕਰਾਂਗੇ। ਇਹ ਇਕੁਏਸ਼ਨ ਹੋਰ ਕੁਝ ਨਹੀਂ ਹੈ ਬੇਟਾ, a square plus b square minus 2ab ਦੀ ਇਕੁਏਸ਼ਨ ਹੈ, ਇਸ ਕਰਕੇ ਹੋਲ ਸਕੁਅਰ ਬਣ ਜਾਏਗਾ। ਅਲਟੀਮੇਟਲੀ ਇਹ ਕੀ ਹੋ ਜਾਏਗਾ ਬੇਟਾ, y by b is equal to x by a ਆ ਜਾਏਗਾ, ਬਿਕੋਜ਼ ਇਹ ਨॉन ਜ਼ੀਰੋ ਹੋਣਾ ਚਾਹੀਦਾ ਹੈ, पर अगर 0 होएगा तो इक्वल ही होएगा। So y should be equal to b by a is equal to x। a की हो गया बेटा, it is the equation of straight line which is equal to written as y is equal to mx plus c ਦੇ ਬਰਾਬਰ ਹੁੰਦੀ ਹੈ। ਇੱਥੇ c ਤੁਹਾਡਾ ਜਿਹੜਾ ਕਾਂਸਟੈਂਟ ਵੈਲਿਊ ਹੁੰਦੀ ਹੈ, ਜਿਹੜਾ ਤੁਹਾਡੇ ਕੋਲ ਇੰਟਰਸੈਪਟ ਹੁੰਦਾ ਹੈ 0 ਹੈ, ਇਸ ਕਰਕੇ ਤੁਹਾਡੀ ਲਾਈਨ ਕੀ ਹੋਏਗੀ ਬੇਟਾ, origin ਦੇ ਵਿੱਚੋਂ ਪਾਸ ਕਰੇਗੀ and slope is equal to b divided by a ਦੇ ਬਰਾਬਰ ਹੋ ਜਾਏਗੀ। So it will be a straight line passing through the origin ਦੇ ਬਰਾਬਰ ਹੋ ਜਾਏਗੀ। So ਇੱਥੇ ਤੁਹਾਨੂੰ ਸਕਰੀਨ ਦੇ ਉੱਪਰ ਬਣਾਇਆ ਵੀ ਹੋਏਗਾ, मैं तुम दिखा देना बेटा, इतने बनाया होगा। सो जस्ट लाइक दैट, सो ਤੁਹਾਡੇ ਕੋਲ ਸਕਰੀਨ ਕੀ ਹੋਏਗੀ, ऑन द स्क्रीन y is equal to mx, it will be a line passing through the origin। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਆ ਜਾਏਗਾ ਬੇਟਾ, when phi is equal to pi by 4, ਉਹ ਤੁਹਾਡੇ ਕੋਲ ਅਲੱਗ ਟਾਈਪ ਦਾ ਰਿਲੇਸ਼ਨ ਆਏਗਾ, it will be ellipse। ਇਹ ellipse ਆ ਗਿਆ ਬੇਟਾ, ਇਹ oblique ellipse क्या आ जाएगा बेटा, ਇਹਨੂੰ अगर pi by 2 आ गया तो perfect ellipse ਦੀ ਇਕੁਏਸ਼ਨ ਆ ਜਾਏਗੀ। सिमिलरली अगर phi is equal to 3 pi by 4 आ गया तो ਤੁਹਾਡੇ ਕੋਲ oblique ellipse ਆ ਜਾਏਗਾ। ਇਹਦੇ ਵਿੱਚ ਕੀ ਸੀਗਾ ਬੇਟਾ, ਇਹ ਪਲੱਸ ਸਾਈਨ ਹੈ, ਉੱਪਰ ਵਾਲੇ ਚ ਮਾਈਨਸ ਸਾਈਨ ਹੈ, ਦੋਨਾਂ ਦੀ ਐਕਸਿਸ ਦਾ ਫਰਕ ਹੋਏਗਾ। ਅਗਰ phi is equal to pi ਆ ਗਿਆ, ਉਸ ਕੇਸ ਦੇ ਵਿੱਚ ਕੀ ਆ ਜਾਏਗਾ ਬੇਟਾ, ਤੁਹਾਡੇ ਕੋਲ y is equal to -m of x ਆ ਜਾਏਗਾ। ਸੋ y is equal to mx plus c ਹੁੰਦਾ ਹੈ, ਇੱਥੇ ਤੁਹਾਡੇ ਕੋਲ ਨੈਗੇਟਿਵ ਸਾਈਨ ਹੈ, ਪਹਿਲਾਂ ਤੁਹਾਡੇ ਕੋਲ ਪੋਜ਼ਿਟਿਵ ਸਾਈਨ ਆਇਆ ਸੀ ਜਦੋਂ ਆਪਾਂ phi ਨੂੰ 0 ਪੁੱਟ ਕੀਤਾ ਹੈ, ਇਸ ਕਰਕੇ ਇਹ ਵਾਲੀ ਲਾਈਨ ਸਿੱਧੀ ਹੋ ਗਈ, ਇਹ ਵਾਲੀ ਲਾਈਨ ਉਹਦੀ ਬਿਲਕੁਲ ਉਲਟਾ ਹੋ ਗਿਆ। ਇੱਥੇ ਸਲੋਪ ਪੋਜ਼ਿਟਿਵ ਹੈ, ਇੱਥੇ ਸਲੋਪ ਤੁਹਾਡੀ ਨੈਗੇਟਿਵ ਹੋਏਗੀ। ਇਹ oblique ellipse ਆ ਗਿਆ ਬੇਟਾ, ਇਹ oblique ellipse ਉਲਟਾ ਆ ਗਿਆ। ਇਹ ਕੀ ਸੀਗਾ ਬੇਟਾ, ਇੱਕ ਨੈਗੇਟਿਵ ਸਾਈਨ ਦੇ ਕੋਰਸਪੋਂਡਿੰਗ, ਇੱਕ ਪਲੱਸ ਸਾਈਨ ਦੇ ਕੋਰਸਪੋਂਡਿੰਗ। ਸੈਂਟਰ ਵਿੱਚ ਕੀ ਹੈ, ਤੁਹਾਡੇ ਕੋਲ ellipse ਹੈ, ਤੁਹਾਡੇ ਕੋਲ ellipse ਬਣ ਜਾਏਗਾ, ਪ੍ਰੋਪਰ ellipse ਬਣੇਗਾ। ਸੋ ਦਿਸ ਇਜ਼ phi is equal to 0, y is equal to pi by 4, ਉਸ ਤੋਂ ਬਾਅਦ pi by 2, 3 pi by 4 and ਉਸ ਤੋਂ ਬਾਅਦ pi ਦੇ ਰਿਜ਼ਲਟ ਕੋਰਸਪੋਂਡਿੰਗ ਤੁਹਾਡੇ ਕੋਲ ਰਿਜ਼ਲਟ ਇੱਥੇ ਆ ਜਾਏਗਾ। ਠੀਕ ਹੈ ਜੀ। ਸੋ ਇਹ ਚੀਜ਼ਾਂ ਆਪਣੇ ਕੋਲ ਲਿਸਾਜਸ ਫਿਗਰ ਦੇ ਕੋਰਸਪੋਂਡਿੰਗ ਇੰਟਰਪ੍ਰੀਟ ਹੋਣਗੀਆਂ। ਸੋ ਇਹ ਚੀਜ਼ਾਂ ਤੁਸੀਂ ਔਨ ਦੀ ਸਕਰੀਨ ਦੇਖ ਸਕਦੇ ਹੋ। ਅਗਰ ਤੁਹਾਡੇ ਕੋਲ ਦੋ ਸਿਨੁਸਾਇਡਲੀ ਵੇਰਿੰਗ ਸਿਗਨਲ ਹੈਗੇ ਆ ਤਾਂ ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਜਿਹੜੇ ਰਿਜ਼ਲਟ ਆਣਗੇ ਉਹ ਇਸ ਤਰ੍ਹਾਂ ਦੇ ਕੁਝ ਬਣ ਕੇ ਆਣਗੇ। ਔਨ ਦੀ ਸਕਰੀਨ ਤੁਹਾਨੂੰ ਇਸੇ ਤਰ੍ਹਾਂ ਦੀ ਫਿਗਰ ਦਿਖੇਗੀ।
ਹੁਣ ਗੱਲ ਆ ਜਾਂਦੀ ਹੈ ਬੇਟਾ, ਅਗਰ ਤੁਹਾਡੇ ਸਿਗਨਲ ਦੇ ਵਿੱਚ 1:2 ਦਾ ਫ੍ਰੀਕੁਐਂਸੀ ਦਾ ਫਰਕ ਹੈ। ਪਹਿਲਾਂ ਆਪਾਂ ਮੰਨ ਕੇ ਚੱਲੇ ਸੀ ਬੇਟਾ ਜਿਹੜੀ ਫ੍ਰੀਕੁਐਂਸੀ ਹੈ ਦੋਨਾਂ ਦੀ ਸੇਮ ਹੈ, ਦੋਨੋਂ ਸਿਗਨਲ ਸੇਮ ਫ੍ਰੀਕੁਐਂਸੀ ਦੇ ਹੈ। ਲੇਕਿਨ ਹੁਣ ਕੀ ਹੈ ਬੇਟਾ, x a sin ωt ਐਂਡ y b sin, ਇੱਥੇ ωt ਨਹੀਂ ਹੈ, ωt plus y ਪਹਿਲਾਂ ਲਿਖਿਆ ਹੋਇਆ ਸੀ, ਲੇਕਿਨ ਉੱਥੇ 2 ਟਾਈਮਸ ਫ੍ਰੀਕੁਐਂਸੀ ਹੋ ਗਈ। ਕਲੀਅਰ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ, ਆਪਣੇ ਕੋਲ ਜਿਹੜਾ ਫਾਈਨਲ ਰਿਜ਼ਲਟ ਹੈ y divided by b is equal to sin of 2 ωt plus phi plus cos of 2 ωt sin of phi। ਉਸ ਤੋਂ ਬਾਅਦ ਆਪਾਂ ਇਹਨੂੰ ਓਪਨ ਅਪ ਕਰਦੇ ਹਾਂ। ਸਿਮਿਲਰ ਜਿਹਾ ਪ੍ਰੋਸੀਜਰ ਹੈ ਬੇਟਾ, ਕੋਈ ਜ਼ਿਆਦਾ ਫਰਕ ਨਹੀਂ ਹੈ। ਇੱਥੇ cos of ωt ਸੀਗਾ ਪਹਿਲਾਂ, ਹੁਣ cos of 2 ωt ਹੈ। cos 2 ਥੀਟਾ ਕਿੰਨਾ ਹੁੰਦਾ ਬੇਟਾ, ਇਟ ਇਜ਼ 1 minus 2 sin square ਥੀਟਾ। sin of 2 ωt ਮਤਲਬ sin of 2 ਥੀਟਾ is equal to 2 sin ਥੀਟਾ cos ਥੀਟਾ। ਇਹ ਸਾਰੀ ਦੀਆਂ ਸਾਰੀਆਂ ਵੈਲਿਊ ਤੁਸੀਂ ਫਿਲ ਆਊਟ ਕਰਕੇ ਦੇਖ ਸਕਦੇ ਹੋ। ਇਹ ਸਾਰੇ ਦੇ ਸਾਰੇ ਰਿਜ਼ਲਟ ਉਸੇ ਤਰ੍ਹਾਂ ਆਪਾਂ ਹੈਂਡਲ ਕਰਾਂਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਹੈਂਡਲ ਕੀਤੇ ਸੀ। ਸੋ ਇਸ ਕੇਸ ਦੇ ਵਿੱਚ ਵੀ ਉਹੀ ਚੀਜ਼ਾਂ ਆਣਗੀਆਂ ਬੇਟਾ, ਇਸ ਕੇਸ ਦੇ ਵਿੱਚ ਥੋੜਾ ਜਿਹਾ ਫਰਕ ਹੋਏਗਾ। ਇਸ ਕੇਸ ਦੇ ਜਿਹੜੇ ਰਿਜ਼ਲਟ ਬਣਨਗੇ ਉਹ ਤੁਹਾਨੂੰ ਇਸ ਫਾਰਮ ਦੇ ਵਿੱਚ ਮਿਲਣਗੇ ਐਂਡ ਇਸ ਫਾਰਮ ਦੇ ਵਿੱਚ ਮਿਲਣਗੇ। ਇਟ ਇਜ਼ ਇਨਵਰਟਡ ਪੈਰਾਬੋਲਾ, ਇਟ ਇਜ਼ ਅਪਵਰਡ ਪੈਰਾਬੋਲਾ। ਇਹ ਤੁਹਾਡੇ ਕੋਲ ਇਹ 8 ਦੀ ਫਿਗਰ ਬਣਾਏਗਾ, ਇਹ ਇਨਵਰਟਡ 8 ਦੀ ਫਿਗਰ ਬਣਾਏਗਾ। ਸੋ ਇਸ ਤਰ੍ਹਾਂ ਦੇ ਤੁਹਾਡੇ ਕੋਲ ਕਾਫੀ ਸਾਰੀਆਂ ਨੌਲੇਜਸ ਆਉਂਦੀਆਂ ਰਹਿਣਗੀਆਂ। ਸੋ ਇਸ ਤਰ੍ਹਾਂ ਦੇ ਯੂ ਫਾਈਂਡ ਦੀ ਅਨਨੋਨ ਫ੍ਰੀਕੁਐਂਸੀ ਕਿਸ ਤਰ੍ਹਾਂ ਫਾਈਂਡ ਆਊਟ ਕਰੋਗੇ, ਆਪਾਂ ਕੀ ਚੈੱਕ ਕਰਾਂਗੇ, ਫ੍ਰੀਕੁਐਂਸੀ ਆਫ y oscillator, frequency of x oscillator ਕੀ ਆਏਗਾ, it will be equal to the number of loops cut along the x axis and number of loops cut along the y axis। ਜਿੰਨੇ ਆਪਾਂ ਲੂਪਸ ਕੱਟ ਕਰਾਂਗੇ x axis ਦੇ along ਐਂਡ ਜਿੰਨੇ y axis ਦੇ along ਕੱਟ ਕਰਾਂਗੇ ਉਹਨੂੰ ਆਪਾਂ ਕੰਪੇਅਰ ਕਰਕੇ ਦੇਖਾਂਗੇ ਵੀ ਆਪਣੇ ਕੋਲ ਕਿੰਨੇ ਬਣਦੇ ਆ। ਸੋ ਜਿਸ ਤਰ੍ਹਾਂ ਪਹਿਲਾਂ ਕੀਤਾ ਸੀਗਾ ਉਸੇ ਤਰ੍ਹਾਂ ਇੱਥੇ ਕਰਕੇ ਦੇਖਾਂਗੇ। ਅਲਟੀਮੇਟਲੀ ਆਪਣੇ ਕੋਲ ਚੈੱਕ ਹੋ ਕੇ ਆ ਜਾਏਗਾ ਕਿ ਆਪਣੇ ਕੋਲ ਕਿਸ ਤਰ੍ਹਾਂ ਦੀ ਫਿਗਰ ਬਣਦੀ ਹੈ। तो ਤੁਸੀਂ ਇਹਦੇ ਚੈੱਕ ਕਰ ਸਕਦੇ ਹੋ, ਨੰਬਰ ਆਫ x ਐਕਸਿਸ ਦੇ ਕਿੰਨੇ ਕੱਟ ਹੋਏ ਬੇਟਾ, 2 ਕੱਟ ਹੋਏ। ਇੱਥੇ ਕਿੰਨੇ ਕੱਟ ਹੋਏ ਬੇਟਾ, 1 ਕੱਟ ਹੋਇਆ। ਸੋ ਕ੍ਰਾਸ ਸੈਕਸ਼ਨ ਬਣਾ ਕੇ ਦਿੱਤਾ ਹੋਇਆ ਇਹਨਾਂ ਨੇ, ਠੀਕ ਹੈ ਜੀ। ਸੋ ਇਸ ਤਰ੍ਹਾਂ ਦਾ ਬਣਾਇਆ ਹੋਇਆ। ਸੋ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਲੂਪ ਕੱਟ ਹੁੰਦੇ ਆ। ਸੋ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆ ਜਾਏਗਾ। ਸੋ ਫਰੋਮ ਫਿਗਰ 1.20 y ਐਕਸਿਸ ਦੇ ਅਲੋਂਗ x ਐਕਸਿਸ ਦੇ ਅਲੋਂਗ 4 ਲੂਪ ਕੱਟ ਹੋਣੇ ਚਾਹੀਦੇ ਹੈ ਐਂਡ y ਐਕਸਿਸ ਦੇ ਅਲੋਂਗ 2 ਲੂਪ ਕੱਟ ਹੋਣੇ ਚਾਹੀਦੇ ਹੈ। ਸੋ x एक्सिस में y एक्सिस ਦੇ ਲੌਂਗ ਕਿੰਨੇ ਨੂੰ x एक्सिस ਦੇ ਲੌਂਗ 4 ਲੂਪ ਕੱਟ ਹੋਣੇ ਚਾਹੀਦੇ ਹੈ। x एक्सिस ਦੇ ਲੌਂਗ ਕਿੰਨੇ ਹੋ ਗਏ ਬੇਟਾ, 1 2 3 ਤੇ 4 ਜਗ੍ਹਾ ਕੱਟ ਹੋਏਗਾ। y एक्सिस ਦੇ ਲੌਂਗ 1 ਜਗ੍ਹਾ ਤੇ 2 ਜਗ੍ਹਾ ਕੱਟ ਹੋਏਗਾ। ਸੋ ਇਟ ਵਿਲ ਬੀ 4/2। ਆਨਸਰ ਕੀ ਆ ਗਿਆ, 2 ਟਾਈਮਸ ਫ੍ਰੀਕੁਐਂਸੀ ਆ ਜਾਏਗੀ। ਸੋ ਇਸ ਤਰ੍ਹਾਂ ਦੇ ਤੁਸੀਂ ਐਨਾਲੋਜੀਜ਼ ਲੈ ਕੇ ਕੰਮ ਕਰ ਸਕਦੇ ਹੋ। ਆਪਾਂ ਹਿਸਟੈਰੀਸਿਸ ਲੂਪ ਦਾ ਐਕਸਪੈਰੀਮੈਂਟ ਵੀ ਕਰਾਂਗੇ BH ਕਰਵ ਦੇ ਨਾਲ ਵੀ ਆਪਣੇ ਕੋਲ ਅਗਰ ਸੌਫਟ ਆਇਰਨ ਕੋਰ ਹੈ, ਅਗਰ ਟਰਾਂਸਫਾਰਮਰ ਹੈ, ਟਰਾਂਸਫਾਰਮਰ ਦੀ ਕੋਰ ਦਾ ਕੀ ਅਸਰ ਹੋਏਗਾ। ਸੋ ਟਰਾਂਸਫਾਰਮਰ ਵਿਲ ਬੀ ਹੈਵਿੰਗ ਅ ਸੌਫਟ ਆਇਰਨ ਕੋਰ ਜਿਹਦੇ ਵਿੱਚ ਆਪਣੇ ਕੋਲ ਜਿਹੜਾ ਰਿਜ਼ਲਟ ਹੈ ਉਹ ਜ਼ਿਆਦਾ ਬੈਟਰ ਹੋਏਗਾ। એનર્ਜੀ ਡਿਸਿਪੇਸ਼ਨ ਵਿਲ ਬੀ ਮਿਨੀਮਮ ਐਂਡ corresponding to that the efficiency of the electrical circuits will be okay and it will be maximized। ਅਗਰ ਆਪਾਂ ਸਟੀਲ ਲੈ ਕੇ ਚੱਲਾਂਗੇ ਕੋਰ ਦੇ ਵਿੱਚ ਜਾਂ ਫਿਰ ਆਪਣੇ ਕੋਲ ਐਲੂਮੀਨੀਅਮ ਲੈ ਕੇ ਚੱਲੋਗੇ ਤਾਂ ਤੁਹਾਡੇ ਕੋਲ ਜਿਹੜਾ ਰਿਜ਼ਲਟ ਆਏਗਾ that will not be fine। ਇਸ ਕੇਸ ਵਿੱਚ ਤੁਹਾਡੇ ਕੋਲ ਸਟ੍ਰੈਸਿਸ ਲਾਸਿਸ ਜ਼ਿਆਦਾ ਹੋਣਗੇ ਐਂਡ એનર્ਜੀ ਡਿਸਿਪੇਸ਼ਨ ਜ਼ਿਆਦਾ ਹੋਏਗੀ। ਇਸ ਕਰਕੇ ਤੁਹਾਡੇ ਕੋਲ એનર્ਜੀ ਐਫੀਸ਼ੀਐਂਸੀ ਜਿਹੜੀ ਹੋਏਗੀ that will be far better in case of transformer using the soft iron core rather than steel or rather than एल्यूमीनियम। सो इस दे नाल ਆਪਾਂ ਅੱਜ ਦਾ ਲੈਕਚਰ ਬੇਟਾ ਖਤਮ ਕਰਦੇ ਹਾਂ। ਅਗਰ ਕੋਈ ਡਾਊਟਸ ਵਗੈਰਾ ਹੈਗੇ ਜਾਂ ਕੁਐਸਚਨਸ ਹੈਗੇ ਆ ਤਾਂ ਮੈਨੂੰ ਪੁੱਛ ਲਓ।